3 ਸਾਲ ਤੋਂ ਲੈ ਕੇ 4 ਸਾਲ ਤੱਕ ਦਾ ਜਿੰਨਾ ਕੁ ਉਹਦਾ ਬਿੱਲ ਆਉਂਦਾ ਬਿਜਲੀ ਦਾ, ਉਨਾ ਕੁ ਖਰਚਾ ਉਹਨੂੰ ਸੋਲਰ ਤੇ ਇਨਵੈਸਟ ਕਰਨਾ ਪੈਂਦਾ। ਬੜੇ ਕੁਐਸਚਨ ਇਸ ਤਰ੍ਹਾਂ ਦੇ ਆਉਂਦੇ ਨੇ ਵੀ ਇਹਦੇ ਤੇ ਏਸੀ ਚੱਲਦੇ ਨੇ ਜੀ, ਕਿੰਨੇ ਏਸੀ ਚੱਲਣਗੇ ਜੀ। ਉਹ ਮੈਂ ਇਹ ਗੱਲ ਬੜੀ ਸਪਸ਼ਟ ਦੱਸ ਦਿਆਂ ਕਿ ਜਿਸ ਰੂਪ 'ਚ ਅਸੀਂ ਬਿਜਲੀ ਵਰਤ ਰਹੇ ਹਾਂ ਉਹਨੇ ਉਸੇ ਰੂਪ 'ਚ ਹੀ ਚੱਲੀ ਜਾਣਾ। ਉਵੇਂ ਜਿਵੇਂ ਅਸੀਂ ਖੰਭੇ ਤੋਂ ਵਰਤਦੇ ਹਾਂ, ਮੋਟੇ ਰੂਪ 'ਚ ਮੰਨ ਕੇ ਚੱਲੋ ਕਿ ਜੇ ਕਿਸੇ ਦਾ 10,000 ਰੁਪਈਆ ਬਿੱਲ ਆਉਂਦਾ ਹੈ ਤਾਂ ਉਹ 700 ਰੁਪਈਏ ਤੋਂ ਲੈ ਕੇ 1,000 ਰੁਪਈਏ ਤੱਕ ਦੇ ਰਹਿ ਜਾਂਦਾ। ਇਹਦੇ ਵਿੱਚ ਟੋਟਲ ਰਿਕਾਰਡ ਰਹਿ ਜਾਣਾ ਹੈ ਕਿ ਕਿੰਨੇ ਯੂਨਿਟ ਇਹਨੇ ਪ੍ਰਾਪਤ ਕੀਤੇ ਆ ਉੱਥੋਂ ਪ੍ਰੋਡਕਸ਼ਨ ਯੂਨਿਟ ਤੋਂ, ਤੇ ਕਿੰਨੇ ਯੂਨਿਟ ਜਿਹੜੇ ਬਿਜਲੀ ਬੋਰਡ ਨੂੰ ਚਲੇ ਗਏ, ਕਿੰਨੇ ਅਸੀਂ ਵਰਤ ਲਏ। ਇਹ ਕੰਪਲੀਟ ਰਿਕਾਰਡ ਐਸ ਮੀਟਰ 'ਚ ਰਹਿਣਾ। ਤੇ ਕਈ ਵਾਰੀ ਮੀਂਹ ਪੈਣ ਲੱਗ ਜਾਂਦਾ, ਕਈ ਕਿਤੇ ਨਹੀਂ ਚੱਲਦਾ, ਤਾਂ ਉਹ ਪ੍ਰੋਬਲਮ ਹੁਣ ਨਹੀਂ ਹੈਗੀ। ਉਹ ਜਦੋਂ ਸਾਡਾ ਗ੍ਰਿਡ ਦੇ ਨਾਲ ਟਾਈ ਅਪ ਹੋ ਗਿਆ ਤਾਂ ਬਿਜਲੀ ਤਾਂ ਅਸੀਂ ਜਿਵੇਂ ਵਰਤ ਰਹੇ ਹਾਂ ਉਸੇ ਤਰ੍ਹਾਂ ਹੀ ਵਰਤਾਂਗੇ ਨਾ। ਤਾਂ 1.5 ਤੋਂ 2 ਲੱਖ ਰੁਪਏ ਦੇ ਵਿੱਚ ਇੱਕ ਸੈਟਿਸਫੈਕਟਰੀ ਸੈੱਟ ਜਿਹੜਾ ਘਰਾਂ ਦੇ ਵਿੱਚ ਉਹ ਲੱਗ ਜਾਂਦਾ, ਤੇ ਇਹਦੀ ਲਾਈਫ ਬਹੁਤ ਹੈ ਜੀ। ਇਹ 25 ਸਾਲ ਤੱਕ ਦੀ ਪਰਫਾਰਮੈਂਸ ਗਰੰਟੀ ਹੁੰਦੀ ਹੈ। ਜਿਹੜਾ ਇਨਵਰਟਰ ਹੈ, ਇਨਵਰਟਰ ਦੇ ਵਿੱਚ ਜਿਹੜੇ ਸਿੰਗਲ ਫੇਸ ਇਨਵਰਟਰ ਹੈ ਉਹਦੀ ਗਰੰਟੀ 10 ਸਾਲ ਤੱਕ ਦੀ ਹੈ। ਜਿਹੜੇ 3 ਫੇਸ ਆ ਜਾਂਦੇ ਆ ਉਹ 5 ਸਾਲ ਤੱਕ ਦੀ ਗਰੰਟੀ ਹੁੰਦੀ ਹੈ। ਸੱਚ ਜਾਣਿਓ, ਮੈਂ ਅੱਜ ਤੱਕ ਇਹ ਬੇਸ਼ੱਕ ਮੈਨੂੰ ਕੰਮ ਕਰਦੇ ਨੂੰ 8 ਮਹੀਨੇ ਹੋਏ ਨੇ, ਬਟ ਲੋਕਾਂ ਨੂੰ ਯੂਜ਼ ਕਰਦਿਆਂ ਨੂੰ ਬਹੁਤ ਸਾਲ ਹੋ ਗਏ। ਮੈਂ ਅੱਜ ਤੱਕ ਇਹ ਪੈਨਲ ਖਰਾਬ ਹੋਇਆ ਦੇਖਿਆ ਹੀ ਨਹੀਂ। ਸਤਿ ਸ਼੍ਰੀ ਅਕਾਲ, ਮੈਂ ਗੁਰਪਾਲ ਸਿੰਘ ਬਰਾੜ, ਸਵਾਗਤ ਹੈ ਤੁਹਾਡਾ। ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਜਾਣਕਾਰੀਆਂ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਉਂਦੇ ਰਹੀਏ। ਅੱਜ ਅਸੀਂ ਤੁਹਾਨੂੰ ਸੋਲਰ ਪਾਵਰ ਪਲਾਂਟ ਬਾਰੇ ਜਾਣਕਾਰੀ ਦੇਵਾਂਗੇ। ਸਾਡੇ ਨਾਲ ਹਾਜ਼ਰ ਨੇ ਇਸ ਕੰਮ ਦੇ ਮਾਹਰ ਹਰਪਿੰਦਰ ਸਿੰਘ ਕੋਟਕਪੂਰੇ ਤੋਂ ਨੇ। ਅਸੀਂ ਕੋਟਕਪੂਰੇ ਬੈਠੇ ਹਾਂ ਉਹਨਾਂ ਦੀ ਦੁਕਾਨ ਤੇ, ਔਰ ਸੋਲਰ ਪਾਵਰ ਪਲਾਂਟ ਦਾ ਉਹ ਕੰਮ ਕਰਦੇ ਨੇ। ਸੋਲਰ ਪਾਵਰ ਪਲਾਂਟ ਦੀ ਮੰਗ ਕਾਫੀ ਵੱਧ ਰਹੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਬਿਜਲੀ ਦੀਆਂ ਗੱਲਾਂ ਨੇ, ਜਦੋਂ ਵੀ ਟੈਕਨੋਲੋਜੀ ਜ਼ਿਆਦਾ ਤਰੱਕੀ ਕਰਦੀ ਹੈ ਤਾਂ ਕੁਛ ਨਾ ਕੁਛ ਨਵੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ, ਅਤੇ ਪੰਜਾਬ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ ਸੋਲਰ ਪਾਵਰ ਪਲਾਂਟ ਦੀ ਜਿਹੜੀ ਮੰਗ ਹੈ ਉਹ ਬਹੁਤ ਮੰਗ ਵੱਧ ਰਹੀ ਹੈ। ਲੋਕ ਘਰਾਂ ਦੇ ਵਿੱਚ ਲਵਾ ਰਹੇ ਨੇ ਕਿਉਂਕਿ ਬਿਜਲੀ ਦੇ ਖਰਚੇ ਬਹੁਤ ਜ਼ਿਆਦਾ ਨੇ। ਜਿਹੜੀ ਸਰਕਾਰੀ ਬਿਜਲੀ ਉਹਦਾ ਖਰਚਾ ਬੜਾ ਜ਼ਿਆਦਾ ਵੱਧ ਗਿਆ। ਲੋਕ ਮੋਟਰਾਂ 'ਤੇ ਵੀ ਲਵਾ ਰਹੇ ਨੇ ਕਿਉਂਕਿ ਮੋਟਰਾਂ 'ਤੇ ਵੀ ਜਿਹੜੇ ਕਨੈਕਸ਼ਨ ਮਿਲਦੇ ਨੇ ਉਹਨਾਂ ਦੇ ਵੀ ਖਰਚੇ ਬਹੁਤ ਜ਼ਿਆਦਾ ਹੋ ਗਏ। ਵੈਸੇ ਵੀ ਮੋਟਰਾਂ ਦੇ ਬਿੱਲ ਪਤਾ ਨਹੀਂ ਕਦੋਂ ਲਾਗੂ ਹੋ ਜਾਣੇ, ਇਸ ਕਰਕੇ ਲੋਕ ਇਸ ਚੀਜ਼ ਨੂੰ ਪ੍ਰੈਫਰ ਕਰਦੇ ਨੇ। ਅੱਜ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀ ਕਿੰਨੀ ਸਬਸਿਡੀ ਹੈ, ਕੀ ਫਾਇਦਾ ਹੈ, ਔਰ ਕਿਸ ਤਰ੍ਹਾਂ ਇਹ ਕੰਮ ਕਰਦਾ ਹੈ, ਬੈਟਰੀਆਂ ਹੁੰਦੀਆਂ ਨੇ ਕਿ ਨਹੀਂ। ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਨੇ। ਸਭ ਤੋਂ ਪਹਿਲਾਂ ਹਰਪਿੰਦਰ ਜੀ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਗੁਰਫਤਿਹ ਦੀ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪਿੰਦਰ ਜੀ, ਪਹਿਲਾਂ ਤਾਂ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇਹ ਸੋਲਰ ਪਾਵਰ ਪਲਾਂਟ ਦਾ ਕੰਮ ਕਰਦੇ ਹੋਏ? ਮੈਨੂੰ ਨੀਅਰ ਅਬਾਊਟ 10 ਮਹੀਨੇ ਹੋਏ ਨੇ ਜਿਹੜਾ ਰੈਗੂਲਰ ਕੰਮ ਕਰ ਰਹੇ ਹਾਂ ਇਸ ਵਿਸ਼ੇ 'ਤੇ, ਅਤੇ ਇਹਦੇ 'ਚ ਬੜਾ ਅੱਛਾ ਰਿਸਪੌਂਸ ਮਿਲਦਾ। ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਬਿਜਲੀ ਕਾਫੀ ਮਹਿੰਗੀ ਹੁੰਦੀ ਜਾਂਦੀ ਹੈ। 2 ਚੀਜ਼ਾਂ ਨੇ ਜੀ, ਇੱਕ ਤਾਂ ਬਿਜਲੀ ਮਹਿੰਗੀ ਹੋ ਰਹੀ ਹੈ, ਦੂਸਰਾ ਜਿਹੜੀ ਸੋਲਰ ਦੀ ਪਾਵਰ ਜਨਰੇਸ਼ਨ ਹੈ ਇਹ ਪੋਲਿਊਸ਼ਨ ਫਰੀ ਹੈ, ਜਿਹਦੇ 'ਚ ਅਸੀਂ ਜਿਹੜੇ ਸਾਡੇ ਕੁਝ ਇਸ ਤਰ੍ਹਾਂ ਦੇ ਸੋਰਸਸ ਨੇ। ਹੁਣ ਤੱਕ ਅਸੀਂ ਜਾਂ ਤਾਂ ਥਰਮਲ ਪਲਾਂਟ ਦੇਖਿਆ, ਕੋਲੇ ਤੋਂ ਬਿਜਲੀ ਤਿਆਰ ਹੋ ਰਹੀ ਹੈ, ਪਰਮਾਣੂ ਤੋਂ ਬਿਜਲੀ ਤਿਆਰ ਹੋ ਰਹੀ ਹੈ। ਇਦੋਂ ਪਹਿਲਾਂ ਜਿਹੜਾ ਜੇ ਕੋਈ ਸਸਤਾ ਸੋਰਸ ਸੀਗਾ ਤਾਂ ਉਹ ਪਾਣੀ ਸੀ, ਅਤੇ ਪਾਣੀ ਤੋਂ ਬਿਜਲੀ ਜਿਹੜੀ ਹੈ ਜਿਸ ਰੂਪ 'ਚ ਤਿਆਰ ਹੋ ਸਕਦੀ ਸੀ ਉਹ ਉਨੇ ਪੱਧਰ 'ਤੇ ਨਹੀਂ ਹੋਈ। ਅਤੇ ਨਾਲ ਦੀ ਨਾਲ ਜਿਹੜਾ ਇਹ ਇੱਕ ਸੋਰਸ ਹੈ ਬਹੁਤ ਵਧੀਆ ਸੋਰਸ ਬਣ ਕੇ ਨਿਕਲ ਕੇ ਸਾਹਮਣੇ ਆਇਆ, ਅਤੇ ਸੋਲਰ ਤੋਂ ਜਿਹੜੀ ਉਸ ਊਰਜਾ ਨੂੰ ਵੀ ਜਿਹੜਾ ਵਰਤਿਆ ਜਾ ਰਿਹਾ। ਅੱਛਾ, ਤੁਹਾਨੂੰ ਹੋਰ ਵੀ ਬਹੁਤ ਸਾਰੇ ਬਿਜ਼ਨਸ ਹੁੰਦੇ ਨੇ, ਤੁਹਾਨੂੰ ਇਹੀ ਚੀਜ਼ ਕਿਉਂ ਖਿੱਚ ਕੇ ਲੈ ਕੇ ਆਈ ਵੀ ਚਲੋ ਸੋਲਰ ਦਾ ਕੰਮ ਹੀ ਕਰਦੇ ਹਾਂ? ਕਿਉਂਕਿ ਇਹ ਤਾਂ ਬਹੁਤ ਮਹਿੰਗਾ ਪ੍ਰੋਜੈਕਟ ਵੀ ਹੈ, ਇਹਦੀ ਤਾਂ ਇਨਵੈਸਟਮੈਂਟ ਵੀ ਕਾਫੀ ਹੋਈ ਹੋਣੀ ਹੈ। ਬਿਲਕੁਲ, ਦੇਖੋ ਇਹ ਚੀਜ਼ ਸਹੀ ਹੈ ਤੁਹਾਡੀ ਕਿ ਕਾਰੋਬਾਰ ਹੋਰ ਬਹੁਤ ਨੇ, ਬੜੇ ਕੰਮ ਨੇ ਜਿਹੜੇ ਤੁਸੀਂ ਦੁਨੀਆ 'ਚ ਕਰ ਸਕਦੇ ਆ, ਪਰ ਹਰ ਕੰਮ ਨੂੰ ਕਰਨ ਦੇ ਵਾਸਤੇ ਉਹਦੇ ਪਿੱਛੇ ਇੱਕ ਮੋਟਿਵ ਹੁੰਦਾ। ਦੇਖੋ, ਕਮਾਈ ਕਰਨੀ ਉਹ ਇੱਕ ਪਾਰਟ ਹੋ ਸਕਦਾ, ਕਮਾਈ ਕਰਨੀ ਇੱਕ ਪਾਰਟ ਹੋ ਸਕਦਾ। ਪੈਸ਼ਨ, ਜਿਹੜਾ ਪੈਸ਼ਨ ਹੈ ਕਿ ਅਸੀਂ ਕੁਛ ਸੁਸਾਇਟੀ ਨੂੰ ਕੁਛ ਨਵਾਂ ਦੇਣਾ। ਇਸ ਵੇਲੇ ਅੱਜ ਬਾਈ ਜੀ ਪੰਜਾਬ ਦੀ ਪੋਜੀਸ਼ਨ ਜਿਹੜੀ ਹੈ ਇੰਨੀ ਕੁ ਮਾੜੀ ਹੋ ਚੁੱਕੀ ਆ। ਪੰਜਾਬ ਦੇ ਹਵਾ 'ਚ ਜ਼ਹਿਰ, ਪੰਜਾਬ ਦੇ ਪਾਣੀ 'ਚ ਜ਼ਹਿਰ, ਪੰਜਾਬ ਦੀ ਧਰਤੀ 'ਚ ਜ਼ਹਿਰ। ਤਾਂ ਤੁਸੀਂ ਇੱਕ ਜਗ੍ਹਾ ਜਿਹੜੀ ਬਚਾ ਸਕਦੇ ਆ ਇਹ ਹਵਾ ਦੇ ਵਿੱਚ ਜ਼ਹਿਰ ਇਹਨੂੰ ਬਚਾਉਣ ਵਾਸਤੇ, ਜੇ ਥਰਮਲ ਪਲਾਂਟ ਦੇ ਜ਼ਰੀਏ ਪੰਜਾਬ 'ਚ ਬਿਜਲੀ ਦੀ ਪ੍ਰੋਡਕਸ਼ਨ ਹੋ ਰਹੀ ਹੈ ਤਾਂ ਉਸ ਪੋਲਿਊਸ਼ਨ ਨੂੰ ਘੱਟ ਕਰਨ ਦੇ ਵਿੱਚ, ਦੇਖੋ ਮੈਂ ਇਹ ਨਹੀਂ ਕਹਿੰਦਾ ਗਾ ਕਿ ਅਸੀਂ ਬਹੁਤ ਜ਼ਿਆਦਾ ਉਹਦੇ 'ਚ ਰੈਗੂਲੇਸ਼ਨ ਲਿਆਵਾਂਗੇ, ਪਰ ਉਸ ਚੀਜ਼ ਨੂੰ ਘੱਟ ਕਰਨ ਵਾਸਤੇ ਮੈਂ ਆਪਣੀ ਕੰਟਰੀਬਿਊਸ਼ਨ ਜਿਹੜੀ ਹੈ ਉਹ ਪਾ ਰਿਹਾ। ਤਾਂ ਇਸ ਕਰਕੇ ਅਸੀਂ ਸੋਚਿਆ ਕਿ ਕਿਉਂ ਨਾ ਕਿ ਇਹੋ ਜਿਹਾ ਸਟੈਪ ਲਿਆ ਜਾਵੇ, ਕਿ ਇਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਇਹ ਚੀਜ਼ਾਂ ਨੂੰ ਅਸੀਂ ਕੁਛ ਰੋਕ ਸਕੀਏ। ਨੋਰਮਲੀ ਕੀ ਹੈ ਕਿ ਆਮ ਇਨਸਾਨ ਗੱਲਾਂ ਕਰਦੇ ਨੇ ਵੀ ਯਾਰ ਆਹ ਗਲਤ ਹੋ ਰਿਹਾ, ਆਹ ਗਲਤ ਹੋ ਰਿਹਾ, ਪ੍ਰੈਕਟੀਕਲੀ ਸਟੈਪ ਅਪ ਨਹੀਂ ਹੋ ਰਹੇ ਅਸੀਂ। ਵੈਸੇ ਹੁਣ ਆਪਾਂ ਪ੍ਰੈਕਟੀਕਲ ਦੀਆਂ ਗੱਲਾਂ 'ਤੇ ਆਉਂਦੇ ਹਾਂ। ਮੰਨ ਲਓ ਇੱਕ ਬੰਦਾ ਆਪਣੇ ਘਰੇ ਲਵਾਉਂਦਾ, ਜਿਹਦੀ ਪਰਿਵਾਰ ਦੇ 10 ਜੀ ਔਰ ਵਧੀਆ ਖੁੱਲ੍ਹਾ ਡੁੱਲਾ ਪਰਿਵਾਰ, ਔਰ ਖਰਚਾ ਵੀ ਉਹਦਾ ਹੈਗਾ, ਮਤਲਬ ਬਿਜਲੀ ਦਾ
20-25 ਹਜ਼ਾਰ ਬਿੱਲ ਆਉਂਦਾ। ਇੱਕ ਬੰਦਾ ਘਰੇ ਆਪਣੇ ਸੋਲਰ ਪਾਵਰ ਪਲਾਂਟ ਲਵਾਉਂਦਾ, ਕਿਉਂ ਲਵਾਵੇ? ਉਹਨੂੰ ਕੀ ਫਾਇਦਾ ਹੋਊਗਾ? ਸਬਸਿਡੀ ਕਿੰਨੀ ਕਹਿ ਦੀ? ਇਹ ਅਲੱਗ-ਅਲੱਗ ਲੋਕ ਜਾਣਨਾ ਚਾਹੁੰਦੇ ਆ। ਅਲੱਗ-ਅਲੱਗ ਤੁਸੀਂ ਕਲੀਅਰ ਕਰ ਦਿਓ ਕਿ ਸਰਕਾਰ ਇਹ 'ਚ ਕਿੰਨਾ ਕੁ ਹੈਲਪ ਕਰਦੀ ਹੈ, ਉਹਦਾ ਖਰਚਾ ਕਿੰਨਾ ਕੁ ਪਊਗਾ, ਤੁਹਾਨੂੰ ਫਾਇਦਾ ਕੀ ਹੋਊਗਾ? ਦੇਖੋ, ਸਰਕਾਰ ਦੇ ਪੱਧਰ ਤੇ ਮੈਂ ਸਪਸ਼ਟ ਹੈ ਵੀ ਸਰਕਾਰ ਦੇ ਪੱਧਰ ਤੇ ਜੋ ਕੋਆਪਰੇਸ਼ਨ, ਜੋ ਹੈਲਪ ਹੋਣੀ ਚਾਹੀਦੀ ਸੀ, ਉਹ ਉਨੀ ਨਹੀਂ ਹੋ ਰਹੀ। ਜਿਹੜੀ ਸਬਸਿਡੀ ਵਾਲੀ ਹੈ, ਸਬਸਿਡੀ ਪਿਛਲੇ ਕਰੀਬ 2 ਮਹੀਨੇ ਤੋਂ ਸਬਸਿਡੀ ਵਾਲਾ ਸਿਸਟਮ ਟੋਟਲ ਬੰਦ ਪਿਆ। ਨਵੀਂ ਪਾਲਿਸੀ ਕੀ ਆਉਂਦੀ ਹੈ, ਇਹ ਆਉਣ ਤੇ ਪਤਾ ਲੱਗਣਾ। ਪਹਿਲਾਂ ਕਿੰਨੀ ਸਬਸਿਡੀ ਸੀ? ਇਸ ਤੋਂ ਪਹਿਲਾਂ ਜਿਹੜਾ ਤਾਂ 3 ਕਿਲੋਵਾਟ ਦਾ ਪਲਾਂਟ ਹੁੰਦਾ ਸੀਗਾ, ਵੀ 1 ਕਿਲੋਵਾਟ ਤੋਂ ਲੈ ਕੇ 3 ਕਿਲੋਵਾਟ ਤੱਕ ਦਾ ਜਿਹੜਾ ਪਲਾਂਟ ਸੀ, ਉਹਦੇ ਤੇ 40% ਦੀ ਸਬਸਿਡੀ ਸੀ। ਉਸ ਤੋਂ ਅੱਗੇ 10 ਕਿਲੋਵਾਟ ਤੱਕ 20% ਸਬਸਿਡੀ ਸੀ। ਤਾਂ ਉਹਦੇ 'ਚ ਚੇਂਜ ਨਹੀਂ ਆਉਂਦੀ। ਉਸ ਤੋਂ ਪਹਿਲਾਂ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਜਿੰਨਾ ਕੁ ਮੈਂ ਸਟੱਡੀ ਕੀਤਾ, ਉਹਦੇ 'ਚ ਕੀ ਹੁੰਦਾ ਸੀਗਾ ਕਿ ਸਬਸਿਡੀ ਜਿਹੜੀ ਆ ਉਹ ਕਸਟਮਰ ਦੇ ਖਾਤੇ 'ਚ ਆਉਂਦੀ ਸੀ। ਜੇ ਮੈਂ ਲਵਾਇਆ ਤਾਂ ਮੈਂ ਦੁਕਾਨਦਾਰ ਨੂੰ ਪੂਰੀ ਪੇਮੈਂਟ ਕਰਦਾ ਸੀ, ਉਸ ਤੋਂ ਬਾਅਦ ਸਬਸਿਡੀ ਮੇਰੇ ਖਾਤੇ 'ਚ ਆਉਣੀ ਹੁੰਦੀ ਸੀ। ਬਟ ਇਸ ਤਰ੍ਹਾਂ ਦੇ ਵੀ ਕੇਸ ਰਹੇ ਨੇ ਕਿ 4-4 ਸਾਲ ਹੋ ਗਏ ਨੇ ਉਹਨਾਂ ਦੇ ਸੈੱਟ ਲੱਗਿਆ ਨੂੰ। ਇੱਕ ਦੇਵੀ ਵਾਲੇ ਪਿੰਡ, ਮੇਰਾ ਦੋਸਤ ਆ ਮੁੰਡਾ ਸਰਜੀਤ, ਉਹਨਾਂ ਦੇ 10 ਕਿਲੋਵਾਟ ਦਾ ਸੈੱਟ ਲੱਗਿਆ ਸੀ। ਉਸ ਟਾਈਮ ਉਹਨਾਂ ਨੇ 6 ਲੱਖ ਰੁਪਈਆ ਭਰਿਆ ਸੀ ਤੇ 20% ਸਬਸਿਡੀ ਆਉਣੀ ਸੀ। ਅੱਜ ਉਹਨੂੰ ਮੇਰੇ ਖਿਆਲ 'ਚ 4ਥਾ ਸਾਲ ਹੋ ਗਿਆ, ਆ ਮਹੀਨਾ ਕੁ ਪਹਿਲਾਂ ਗੱਲ ਹੋਈ ਆ, ਹਾਲੇ ਤੱਕ ਸਬਸਿਡੀ ਉਹਦੇ ਅਕਾਊਂਟ 'ਚ ਨਹੀਂ ਆਈ। ਇਹ ਸਬਸਿਡੀ ਦਾ ਇੱਕ ਭੁਲੇਖਾ ਹੈ। ਹੁਣ ਵੀ ਸਬਸਿਡੀ ਦੀ ਪਾਲਿਸੀ ਜਿਹੜੀ ਆ ਉਹ ਹਾਲੇ ਤੱਕ ਸਪਸ਼ਟ ਨਹੀਂ ਹੋਈ। ਤੇ ਨਾਨ ਸਬਸਿਡੀ ਵਾਲਾ ਜਿਹੜਾ ਕੇਸ ਹੈ, ਉਹ ਨਾਨ ਸਬਸਿਡੀ ਵਾਲਾ ਵੀ ਹੁਣ ਸਬਸਿਡੀ ਤਾਂ ਨਾਨ ਸਬਸਿਡੀ ਆਲਮੋਸਟ ਬਰਾਬਰ ਜੇ ਹੋਏ ਪਏ ਨੇ। ਉਹਨੇ ਦੇ ਵਿੱਚ ਨਾਨ ਸਬਸਿਡੀ ਲੱਗ ਜਾਂਦਾ, ਉਹਨੇ ਦੇ ਵਿੱਚ ਸਬਸਿਡੀ ਲੱਗ ਜਾਂਦਾ। ਕਿਵੇਂ ਲੱਗਦਾ? ਚਲੋ ਮੰਨ ਲਓ ਵੀ ਸਬਸਿਡੀ ਵਾਲੀ ਗੱਲ ਤਾਂ ਤੁਸੀਂ ਕਹਿਤਾ ਵੀ ਬਾਹਲਾ ਭਰੋਸਾ ਨਹੀਂ ਕਰ ਸਕਦੇ, ਪਰ ਵੈਸੇ ਹੀ ਕਿੰਨਾ ਕੁ ਖਰਚਾ ਆਉਂਦਾ ਹੈ ਔਰ ਇਹਦਾ ਕੀ ਫਾਇਦੇ ਆ? ਮਤਲਬ ਜਦੋਂ ਬੰਦਾ ਸੋਲਰ ਪਾਵਰ ਤੋਂ ਬਿਨਾਂ ਬਿਜਲੀ ਵਰਤ ਰਿਹਾ, ਜਿਹੜੀ ਸਰਕਾਰੀ ਬਿਜਲੀ ਵਰਤ ਰਿਹਾ, ਤੇ ਇੱਕ ਸੋਲਰ ਪਾਵਰ ਲਵਾ ਕੇ ਇਹਨਾਂ ਚੀਜ਼ਾਂ ਦਾ ਦੋਨਾਂ ਦਾ ਕੀ ਫਰਕ ਹੈ? ਖਰਚਾ ਕਿੰਨਾ ਕੁ ਆਉਂਦਾ? ਹਾਂ, ਦੇਖੋ, ਮੋਟੇ ਰੂਪ 'ਚ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਜਿਹੜਾ 3 ਸਾਲ ਤੋਂ ਲੈ ਕੇ 4 ਸਾਲ ਤੱਕ ਦਾ ਜਿੰਨਾ ਕੁ ਉਹਦਾ ਬਿੱਲ ਆਉਂਦਾ ਬਿਜਲੀ ਦਾ, ਉਨਾ ਕੁ ਖਰਚਾ ਉਹਨੂੰ ਸੋਲਰ ਤੇ ਇਨਵੈਸਟ ਕਰਨਾ ਪੈਂਦਾ। ਕਿਉਂਕਿ ਕਿਸੇ ਦੀ ਰਿਕੁਆਇਰਮੈਂਟ ਕਿੰਨੀ ਹੈ, ਕਿਸੇ ਦੀ ਕਿੰਨੀ ਹੈ। ਕਿਸੇ ਦੀ ਫੈਮਿਲੀ ਬਹੁਤ ਵੱਡੀ ਹੈ, ਕਿਸੇ ਦੀ ਫੈਮਿਲੀ ਛੋਟੀ ਹੈ। ਤਾਂ ਉਸ ਫੈਮਿਲੀ ਦੇ ਅਕਾਰਡਿੰਗ ਜਿੰਨਾ ਉਹਦਾ ਬਿੱਲ, ਜੇ ਵੱਡੀ ਫੈਮਿਲੀ ਹੈ ਤਾਂ 3 ਸਾਲ, ਜੇ ਥੋੜ੍ਹੀ ਜਿਹੀ ਛੋਟੀ ਫੈਮਿਲੀ ਹੈ ਤਾਂ 4 ਸਾਲ ਦਾ ਜਿੰਨਾ ਬਿੱਲ ਆਉਣਾ, ਉਨੀ ਕੁ ਉਹਨੂੰ ਇਨਵੈਸਟਮੈਂਟ ਕਰਨੀ ਪੈਣੀ ਹੈ। ਇਹ ਹੁਣ ਕਸਟਮਰ ਨੇ ਦੇਖਣਾ ਕਿ ਕਿੰਨਾ ਕੁ ਆਉਂਦਾ। ਜਿਹੜਾ ਹੁਣ ਦਾ ਸੋਲਰ ਸਿਸਟਮ ਹੈ, ਇਸ ਤੋਂ ਪਹਿਲਾਂ ਇਹ ਇੱਕ ਚੀਜ਼ ਥੋੜ੍ਹੀ ਜਿਹੀ ਸਮਝਣ ਦੀ ਲੋੜ ਹੈ ਕਿ ਇੱਕ ਸਿਸਟਮ ਚੱਲ ਰਿਹਾ ਹੈ ਔਨ ਗ੍ਰਿਡ, ਇੱਕ ਚੱਲ ਰਿਹਾ ਆਫ ਗ੍ਰਿਡ। ਆਫ ਗ੍ਰਿਡ ਦੇ ਵਿੱਚ ਸਾਨੂੰ ਬੈਟਰੀ ਦੀ ਲੋੜ ਪੈਂਦੀ ਹੈ, ਕਿਉਂਕਿ ਬੈਕਅਪ ਤਾਂ ਅਸੀਂ ਲੈਣਾ ਨਾ। ਜਦੋਂ ਧੁੱਪ ਹੈਗੀ ਆ ਉਦੋਂ ਤਾਂ ਉਹ ਸਾਨੂੰ ਪਾਵਰ ਜਨਰੇਟ ਕਰਕੇ ਦੇ ਰਿਹਾ। ਜਦੋਂ ਧੁੱਪ ਨਹੀਂ ਹੈਗੀ ਤਾਂ ਉਸ ਟਾਈਮ ਵੀ ਸਾਨੂੰ ਬਿਜਲੀ ਦੀ ਲੋੜ ਹੈ। ਤੇ ਉਦੋਂ ਜਿਹੜਾ ਹੁਣ ਔਨ ਗ੍ਰਿਡ ਸਿਸਟਮ ਹੈ, ਗ੍ਰਿਡ ਟਾਈ ਹੈ, ਸਾਡਾ ਗ੍ਰਿਡ ਦੇ ਨਾਲ ਟਾਈ ਅਪ ਹੋ ਜਾਂਦਾ। ਉਹ ਸਾਡੇ ਤੋਂ ਯੂਨਿਟ ਦੇ ਵੱਟੇ ਯੂਨਿਟ ਲੈਂਦੇ ਨੇ। ਜਿੰਨੀਆਂ ਯੂਨਿਟਸ ਅਸੀਂ ਪ੍ਰੋਡਿਊਸ ਕਰਕੇ ਉਹਨਾਂ ਨੂੰ ਦੇਤੀਆਂ, ਉਨੀਆਂ ਯੂਨਿਟਸ ਸਾਨੂੰ ਰਿਟਰਨ ਦੇ ਦੇਣੀਆਂ। ਥੋੜਾ ਚੰਗੀ ਤਰ੍ਹਾਂ ਸਮਝਾਓ। ਜਿਹੜਾ ਆਫ ਗ੍ਰਿਡ ਆ, ਚਲੋ ਉਹ ਤਾਂ ਬੈਟਰੀਆਂ ਹੁੰਦੀਆਂ, ਅੱਜ ਕੱਲ੍ਹ ਮੇਨਲੀ ਬੈਟਰੀਆਂ ਵਾਲਾ ਤਾਂ ਨਹੀਂ ਚੱਲਦਾ ਨਾ, ਹੈ ਨਾ? ਉਹ ਤਾਂ ਬੰਦ ਹੋ ਗਿਆ। ਹਾਂਜੀ, ਨਹੀਂ, ਉਹ ਚੱਲ ਰਿਹਾ, ਬਟ ਉਹਦੇ ਕੰਪੈਰੀਟਿਵ ਜਿਹੜਾ ਬਿਨਾ ਬੈਟਰੀਆਂ ਵਾਲਾ ਸਿਸਟਮ, ਜਿਹਨੂੰ ਔਨ ਗ੍ਰਿਡ ਸਿਸਟਮ ਕਹਿ ਰਹੇ ਹੋ, ਬਹੁਤ ਵਧੀਆ ਹੈ। ਤੇ ਉਹਨੂੰ ਚੰਗੀ ਤਰ੍ਹਾਂ ਐਕਸਪਲੇਨ ਕਰ ਦਿਓ ਵੀ ਮੰਨ ਲਓ ਵੀ ਦੁਪਹਿਰੇ ਅਸੀਂ ਬਿਜਲੀ ਬਣਾਈ, ਦੁਪਹਿਰੇ ਜਿੰਨੀ ਬਿਜਲੀ ਬਣੀ ਉਨੀ ਸ਼ਾਇਦ ਖਪਤ ਨਹੀਂ ਹੁੰਦੀ, ਤੇ ਰਾਤ ਨੂੰ ਉਹ ਕਿਵੇਂ ਚੱਲਦਾ? ਫਿਰ ਰਾਤ ਨੂੰ ਜਦੋਂ ਬੈਟਰੀ ਨਹੀਂ ਹੈਗੀ ਤਾਂ ਰਾਤ ਨੂੰ ਕਿਵੇਂ ਚਲਾਉਂਦੇ ਅਸੀਂ? ਇਹਦੇ 'ਚ ਕੀ ਹੁੰਦਾ ਬਾਈ ਜੀ ਗੁਰਪਾਲ, ਸਾਡਾ ਗ੍ਰਿਡ ਦੇ ਨਾਲ ਟਾਈ ਅਪ ਹੁੰਦਾ। ਉਹ ਇੱਕ ਐਗਰੀਮੈਂਟ ਸਾਈਨ ਹੁੰਦਾ ਜਿਹਦੇ 'ਚ ਬਿਜਲੀ ਬੋਰਡ ਦੇ ਵਿੱਚ ਜਿਹੜਾ ਐਸਡੀਓ ਪੱਧਰ ਦਾ ਅਧਿਕਾਰੀ ਹੈ ਉਹ ਸਾਈਨ ਕਰਦਾ, ਜਿਹੜਾ ਕਸਟਮਰ ਆ ਉਹਦੇ ਸਾਈਨ ਹੁੰਦੇ ਨੇ, ਤੇ ਇੱਕ ਉਸੇ ਸਬ ਡਿਵੀਜ਼ਨ ਦਾ ਕੋਈ ਹੋਰ ਜਿਹੜਾ ਖਪਤਕਾਰ ਹੈ ਬਿਜਲੀ ਦਾ, ਉਹਦੀ ਵਿਟਨੈਸ ਪੈਂਦੀ ਹੈ। ਤਾਂ ਉਹ ਐਗਰੀਮੈਂਟ ਆ ਜਿਹੜਾ 25 ਸਾਲ ਤੱਕ ਦਾ ਐਗਰੀਮੈਂਟ ਹੁੰਦਾ, ਜਿਹਦੇ 'ਚ ਇਹ ਹੁੰਦਾ ਹੈ ਕਿ ਜਿੰਨੀ ਬਿਜਲੀ ਤੁਸੀਂ ਪ੍ਰੋਡਿਊਸ ਕਰੋਗੇ, ਜਿੰਨੀ ਪ੍ਰੋਡਿਊਸ ਕਰਦੇ ਹੋ, ਉਹ ਸਾਰੀ ਦੀ ਸਾਰੀ ਬਿਜਲੀ ਜਿਹੜੀ ਹੈ ਉਹ ਵਾਇਆ ਨੈਟ ਮੀਟਰ, ਯਾਨੀ ਜਿੱਥੇ ਸਾਡਾ ਮੀਟਰ ਦੂਸਰਾ ਲੱਗਿਆ ਉਹਦੇ ਉੱਥੇ ਉਸ ਜਗ੍ਹਾ ਤੇ ਇੱਕ ਬਾਈ ਡਾਇਰੈਕਸ਼ਨਲ ਮੀਟਰ ਕਹਿੰਦੇ ਨੇ, ਉਹ ਬਾਈ ਡਾਇਰੈਕਸ਼ਨਲ ਮੀਟਰ ਲੱਗ ਜਾਂਦਾ, ਜਿਹਦੇ ਵਿੱਚ ਦੀ ਜਿੰਨੀਆਂ ਯੂਨਿਟ ਪ੍ਰੋਡਿਊਸ ਹੋਈਆਂ ਨੇ ਉਹ ਸਾਰੀਆਂ ਉਸ ਮੀਟਰ ਦੇ ਵਿੱਚ ਦੀ ਤੇ ਗ੍ਰਿਡ ਨੂੰ ਚਲੀਆਂ ਜਾਣੀਆਂ, ਬਿਜਲੀ ਬੋਰਡ ਨੂੰ ਚਲੀਆਂ ਗਈਆਂ। ਤੇ ਉਹਦੇ ਵਿੱਚ ਜਦੋਂ ਅਸੀਂ ਉਹਨੂੰ ਵਰਤ ਰਹੇ ਹਾਂ, ਜਿਸ ਤਰ੍ਹਾਂ ਅਸੀਂ ਪਹਿਲਾਂ ਬਿਜਲੀ ਵਰਤਦੇ ਹਾਂ, ਦੇਖੋ ਇੱਕ ਚੀਜ਼ ਇਹ ਬੜੀ ਸਮਝਣ ਦੀ ਲੋੜ ਹੈ ਕਿ ਅਸੀਂ ਜਿਸ ਰੂਪ 'ਚ, ਬੜੇ ਕੁਐਸਚਨ ਇਸ ਤਰ੍ਹਾਂ ਦੇ ਆਉਂਦੇ ਨੇ ਵੀ ਇਹਦੇ ਤੇ ਏਸੀ ਚੱਲਦੇ ਨੇ ਜੀ, ਕਿੰਨੇ ਏਸੀ ਚੱਲਣਗੇ ਜੀ, ਉਹ ਮੈਂ ਇਹ ਗੱਲ ਬੜੀ ਸਪਸ਼ਟ ਦੱਸ ਦਿਆਂ ਕਿ ਜਿਸ ਰੂਪ 'ਚ ਅਸੀਂ ਬਿਜਲੀ ਵਰਤ ਰਹੇ ਹਾਂ ਉਹਨੇ ਉਸੇ ਰੂਪ 'ਚ ਹੀ ਚੱਲੀ ਜਾਣਾ। ਉਵੇਂ ਜਿਵੇਂ ਅਸੀਂ ਖੰਭੇ ਤੋਂ ਵਰਤਦੇ ਹਾਂ, ਦੇਸੀ ਭਾਸ਼ਾ 'ਚ ਕਹਿ ਲਓ ਵੀ ਖੰਭੇ ਵਾਲੀ ਬਿਜਲੀ ਹੈ ਜਿਹੜੀ, ਅਸੀਂ ਉਹ ਵਰਤੀ ਜਾਣੀ ਹੈ ਤੇ ਉਹਨਾਂ ਨੂੰ ਪ੍ਰੋਡਿਊਸ ਕਰਕੇ ਬਿਜਲੀ ਬੋਰਡ ਨੂੰ ਦੇਤੀ। ਹੁਣ ਉਸ ਤੋਂ ਬਾਅਦ ਲੇਖਾ ਜੋਖਾ ਹੁੰਦਾ ਕਿ ਅਸੀਂ ਕਿੰਨੀਆਂ ਯੂਨਿਟਾਂ ਜਿਹੜੀਆਂ ਵਰਤੀਆਂ ਨੇ ਤੇ ਕਿੰਨੀਆਂ ਅਸੀਂ ਉਹਨਾਂ ਨੂੰ ਵਾਪਸ ਭੇਜੀਆਂ। ਜੇ ਅਸੀਂ 100 ਯੂਨਿਟ ਵਰਤੀ ਹੈ ਤੇ 100 ਉਹਨਾਂ ਨੂੰ ਵਾਪਸ ਭੇਜੀ ਹੈ ਤਾਂ ਯੂਨਿਟ ਦਾ ਬਿੱਲ ਜਿਹੜਾ ਉਹ 0 ਹੋ ਜਾਂਦਾ।
ਉਸ ਤੋਂ ਬਾਅਦ ਕੁਝ ਵੀਰਾਂ ਦੇ ਮਨ 'ਚ ਇਹ ਗੱਲ ਆਊਗੀ ਕਿ ਸਾਡਾ ਬਿੱਲ ਜ਼ੀਰੋ ਹੋ ਗਿਆ। ਬਿੱਲ 100% ਜ਼ੀਰੋ ਨਹੀਂ ਹੁੰਦਾ। ਜਿਹੜੇ ਬਿਜਲੀ ਬੋਰਡ ਦੇ ਫਿਕਸ ਖਰਚੇ ਨੇ ਉਹ ਉਹਨਾਂ ਨੇ ਲੈਣੇ ਹੀ ਲੈਣੇ ਨੇ। ਮਤਲਬ ਸਾਡੇ ਤੋਂ ਉਹ ਬਿਜਲੀ ਦੀ ਪਰ ਯੂਨਿਟ ਸਸਤੀ ਲੈਂਦੇ ਆ ਤੇ ਦਿੰਦੇ ਥੋੜੀ ਜਿਹੀ ਮਹਿੰਗੀ ਹੈ ਕਿਉਂਕਿ ਖਰਚੇ ਪਾ ਕੇ। ਨਹੀਂ, ਇਹ ਨਹੀਂ ਹੈਗੀ। ਇਹ ਇੱਕ ਬੜਾ ਭੁਲੇਖਾ ਪਾਇਆ ਜਾ ਰਿਹਾ ਹੈ। ਇਹ ਇੱਕ ਪ੍ਰਪੋਜ਼ਲ ਆਈ ਸੀ ਕਿ ਬਿਜਲੀ ਅਸੀਂ ਖਰੀਦਾਂਗੇ। ਉਹ ਬਿਜਲੀ ਬੋਰਡ ਨੇ ਇੱਕ ਪ੍ਰਪੋਜ਼ਲ ਤਿਆਰ ਕੀਤੀ ਸੀ ਵੀ ਅਸੀਂ ਬਿਜਲੀ ਜਿਹੜੀ ਹੈ ਉਹ ਕਸਟਮਰ ਤੋਂ ਖਰੀਦਾਂਗੇ। ਅਸੀਂ ਖਰੀਦਾਂਗੇ 2.5 ਰੁਪਏ। ਵੇਚਣ ਦਾ ਜਿਹੜਾ ਸਾਡਾ ਰੇਟ ਹੈ ਉਹ ਸਾਡਾ ਉਹੀ ਰਹੂਗਾ, ਪਰ ਉਹ ਰਿਜੈਕਟ ਹੋ ਗਈ। ਅੱਜ ਬਿਜਲੀ ਯੂਨਿਟ ਲੈ ਰਹੇ ਨੇ। ਜਿੰਨੇ ਯੂਨਿਟ ਸਾਡੇ ਤੋਂ ਲੈਣੇ ਨੇ ਉਹਨਾਂ ਨੇ ਉਨੇ ਯੂਨਿਟ ਸਾਨੂੰ ਰਿਟਰਨ ਦੇਣੇ ਆ। ਉਹਦੇ ਬਾਵਜੂਦ ਜਿਵੇਂ ਹੁਣ ਕੁਝ ਖਰਚੇ ਜਿਹੜੇ ਲਾਈਨ ਦਾ ਖਰਚਾ ਆ ਗਿਆ, ਮੀਟਰ ਦਾ ਖਰਚਾ ਆ ਗਿਆ, ਜਾਂ ਹੋਰ ਕੋਈ ਨਿੱਕੇ ਮੋਟੇ ਖਰਚੇ, ਉਹ ਸਾਡੇ ਬਿੱਲ ਦੇ ਵਿੱਚ ਫਿਕਸ ਖਰਚੇ ਲਿਖੇ ਹੁੰਦੇ ਨੇ ਪਰ ਕਿਲੋਵਾਟ। ਜਿਹੜਾ 3 ਕਿਲੋਵਾਟ ਤੇ ਕਰੋ ਮੇਰੇ ਖਿਆਲ ਸ਼ਾਇਦ 35 ਕੁ ਰੁਪਏ ਆ ਪਰ ਮੰਥ ਦੇ। ਜੇ 3 ਤੋਂ ਉੱਪਰ ਜਾਂਦੇ ਆ ਉਹ 45 ਕੁ ਰੁਪਏ। ਵੀ ਇਸ ਰੂਪ ਦੇ ਵਿੱਚ ਉਹ ਥੋੜ੍ਹੇ ਬਹੁਤੇ ਖਰਚੇ ਨੇ। ਵੀ ਮੋਟੇ ਰੂਪ 'ਚ ਮੰਨ ਕੇ ਚੱਲੋ ਕਿ ਜੇ ਕਿਸੇ ਦਾ 10,000 ਰੁਪਈਆ ਬਿੱਲ ਆਉਂਦਾ ਤਾਂ ਉਹ 700 ਰੁਪਈਏ ਤੋਂ ਲੈ ਕੇ 1,000 ਰੁਪਈਏ ਤੱਕ ਦੇ ਰਹਿ ਜਾਂਦਾ। ਇਹ ਚੀਜ਼ ਹੈ ਵੀ ਉਹ ਨਹੀਂ ਹੈਗਾ ਵੀ ਸਾਡੇ ਤੋਂ ਬਿਜਲੀ ਉਹਨਾਂ ਨੇ ਖਰੀਦਣੀ ਨਹੀਂ ਹੈਗੀ। ਜਿੰਨੇ ਯੂਨਿਟ ਲੈ ਲਏ ਉਨੇ ਯੂਨਿਟ ਉਹਨਾਂ ਨੇ ਸਾਨੂੰ ਰਿਟਰਨ ਕਰਨੇ ਆ। ਜਿਵੇਂ ਆਪਾਂ ਜਾਣੀ ਪੇਂਡੂ ਭਾਸ਼ਾ 'ਚ ਕਹਿ ਲਈਏ ਵੀ ਆਂਢ ਗੁਆਂਢ 'ਤੇ ਜਿਵੇਂ ਆਪਣਾ ਆਟਾ ਮੰਗਣ ਦਾ ਰਿਵਾਜ ਹੁੰਦਾ ਸੀ ਨਾ, ਵੀ ਬਾਟੀ ਆਟੇ ਦੀ ਲੈਲੀ ਦੇ ਬਾਟੀ ਮੋੜ ਆਂਦੀ, ਉਹ ਸਿਸਟਮ ਹੈ ਜੀ। ਅੱਛਾ, ਫਿਰ ਉਹ ਜਦੋਂ ਇਹ ਆਟੋਮੈਟਿਕ ਪ੍ਰੋਸੈਸ ਹੈ, ਮੰਨ ਲਓ ਦੁਪਹਿਰੇ ਆਪਾਂ ਨੂੰ ਦਿੱਤੀ ਬਿਜਲੀ ਤੇ ਰਾਤ ਨੂੰ ਉਹ ਆਪਾਂ ਨੂੰ ਵਾਪਸ ਆਉਣ ਲੱਗ ਜਾਂਦੀ, ਉਹ ਰੁਕਾਵਟ ਤਾਂ ਨਹੀਂ ਪੈਂਦੀ ਉਹ 'ਚ? ਕੋਈ ਰੁਕਾਵਟ ਨਹੀਂ। ਮੈਂ ਤੁਹਾਨੂੰ ਦਿਖਾਉਣਾ, ਇੱਕ ਮੀਟਰ ਹੈ। ਆ ਇੱਕ ਮੀਟਰ ਹੈ ਜਿਹਨੂੰ ਬਾਈ ਡਾਇਰੈਕਸ਼ਨਲ ਮੀਟਰ ਕਹਿੰਦੇ ਆ। ਇਹਦੇ ਵਿੱਚ ਜਿਹੜੀ ਉਹਦੀ ਇਨ ਵੀ ਲੱਗ ਗਈ, ਆਊਟ ਵੀ ਲੱਗ ਗਈ, ਤੇ ਇਹਦੇ ਵਿੱਚ ਟੋਟਲ ਰਿਕਾਰਡ ਰਹਿ ਜਾਣਾ ਹੈ ਕਿ ਕਿੰਨੇ ਯੂਨਿਟ ਇਹਨੇ ਪ੍ਰਾਪਤ ਕੀਤੇ ਆ ਉੱਥੋਂ ਪ੍ਰੋਡਕਸ਼ਨ ਯੂਨਿਟ ਤੋਂ, ਤੇ ਕਿੰਨੇ ਯੂਨਿਟ ਜਿਹੜੇ ਬਿਜਲੀ ਬੋਰਡ ਨੂੰ ਚਲੇ ਗਏ, ਕਿੰਨੇ ਅਸੀਂ ਵਰਤ ਲਏ। ਇਹ ਕੰਪਲੀਟ ਰਿਕਾਰਡ ਐਸ ਮੀਟਰ 'ਚ ਰਹਿਣਾ। ਕਈ ਵਾਰੀ ਕਿਸੇ ਦੇ ਮਨ 'ਚ ਭੁਲੇਖਾ ਇਹ ਹੁੰਦਾ ਹੈ ਵੀ ਸ਼ਾਇਦ ਲਾਈਨ ਜਿਹੜੀ ਆ ਗ੍ਰਿਡ ਤੱਕ ਲਾਉਣੀ ਹੈ। ਨਹੀਂ, ਉਹ ਨਹੀਂ ਹੈਗੀ। ਸਿਰਫ ਜਿੱਥੇ ਸਾਡਾ ਪਹਿਲਾ ਕਨੈਕਸ਼ਨ ਆ ਉੱਥੇ ਹੀ ਇਹ ਮੀਟਰ ਲੱਗ ਜਾਣਾ ਹੁੰਦਾ, ਤੇ ਉਹਦੇ ਵਿੱਚੋਂ ਸਾਰਾ ਰਿਕਾਰਡ ਰਹਿ ਜਾਂਦਾ। ਸਾਨੂੰ ਜਿਹੜੀ ਲੋਕਾਂ ਦੇ ਮਨ ਦੇ ਵਿੱਚ ਭੁਲੇਖਾ ਸੀਗਾ ਵੀ ਕਈ ਦਿਨ ਨਹੀਂ ਚੱਲਦਾ ਕਿਉਂਕਿ ਬੈਟਰੀਆਂ ਸਾਡੇ ਕੋਲ ਹੈ ਨਹੀਂ, ਅਸੀਂ ਉਹਨੂੰ ਸਟੋਰ ਤਾਂ ਕਰ ਨਹੀਂ ਸਕਦੇ ਬਿਜਲੀ ਨੂੰ, ਤੇ ਕਈ ਵਾਰੀ ਮੀਂਹ ਪੈਣ ਲੱਗ ਜਾਂਦਾ, ਕਈ ਦਿਨ ਨਹੀਂ ਚੱਲਦਾ, ਤਾਂ ਉਹ ਪ੍ਰੋਬਲਮ ਹੁਣ ਨਹੀਂ ਹੈਗੀ। ਨਹੀਂ, ਉਹ ਜਦੋਂ ਸਾਡਾ ਗ੍ਰਿਡ ਦੇ ਨਾਲ ਟਾਈ ਅਪ ਹੋ ਗਿਆ ਤਾਂ ਬਿਜਲੀ ਤਾਂ ਅਸੀਂ ਜਿਵੇਂ ਵਰਤ ਰਹੇ ਹਾਂ ਉਸੇ ਤਰ੍ਹਾਂ ਹੀ ਵਰਤਾਂਗੇ ਨਾ। ਜਿੰਨੀ ਇਹਦੇ 'ਚੋਂ ਅਸੀਂ ਪ੍ਰੋਡਕਸ਼ਨ ਕਰਕੇ ਦੇਤੀ ਉਨੀ ਪ੍ਰੋਡਕਸ਼ਨ ਜਿਹੜੀ ਹੈਗੀ ਬਿਜਲੀ ਬੋਰਡ ਨੂੰ ਚਲੀ ਜਾਣੀ ਹੈ। ਜਿੰਨੀਆਂ ਯੂਨਿਟਾਂ ਉਹਨਾਂ ਨੂੰ ਬਣਾ ਕੇ ਦਿੱਤੀਆਂ ਉਨੀਆਂ ਉਹਨਾਂ ਨੇ ਸਾਡੇ ਬਿੱਲ ਦੇ ਵਿੱਚੋਂ ਰਿਟਰਨ ਕਰ ਦੇਣੀਆਂ, ਘਟਾ ਦੇਣੀਆਂ। ਅੱਛਾ ਜੀ, ਵੈਸੇ ਅੰਦਾਜ਼ਾ ਇਹ ਕਿੰਨਾ ਖਰਚਾ ਆਉਂਦਾ ਲਵਾਉਣ ਦਾ ਤੁਹਾਨੂੰ, ਜੇ ਤੁਸੀਂ ਅਲੱਗ-ਅਲੱਗ ਫੈਮਲੀਆਂ ਦੇ, ਕਿਉਂਕਿ 2-3 ਤਰ੍ਹਾਂ ਦੇ ਫੈਮਿਲੀ ਸਿਸਟਮ ਹੁੰਦੇ ਨੇ, ਵੀ ਕੁਝ ਛੋਟੀ ਫੈਮਿਲੀ ਕੁਝ ਵੱਡੀ, ਤਾਂ ਉਹਦੇ ਹਿਸਾਬ ਦੇ ਨਾਲ ਖਰਚਾ ਕਿੰਨਾ ਕੁ ਆਉਂਦਾ ਮਤਲਬ ਕਿ ਲਵਾਉਣ ਦਾ? ਆਮ ਸਧਾਰਨ ਫੈਮਲੀਜ਼ ਜਿਹੜੀਆਂ ਨੇ ਵੀ ਸਿੰਗਲ ਫੈਮਿਲੀ ਜਿਹਨੂੰ ਕਹਿੰਦੇ ਆ, ਉਹਦਾ 1.5 ਲੱਖ ਦੇ ਅੰਦਰ ਬਾਹਰ ਜਿਹੜਾ ਸੈੱਟ ਇਹ ਚੱਲ ਜਾਂਦਾ। ਤੇ ਥੋੜ੍ਹੀਆਂ ਜਿਹੀਆਂ ਵੱਡੀਆਂ ਫੈਮਲੀਆਂ ਜਾਣੀ ਇਹਨੂੰ ਤੁਸੀਂ ਮੋਟੇ ਰੂਪ 'ਚ ਮੰਨ ਕੇ ਚੱਲੋ ਵੀ ਜੇ ਕਿਤੇ ਜਦੋਂ ਸੋਲਰ ਲੱਗ ਗਿਆ ਤਾਂ ਉੱਥੇ ਜਾ ਕੇ ਥੋੜ੍ਹੀ ਜਿਹੀ ਅਸੀਂ ਲਾਪਰਵਾਹੀ ਵੀ ਕਰ ਲੈਂਦੇ ਵੀ ਕਿਹੜਾ ਬਿੱਲ ਆਉਣਾ, ਤਾਂ 1.5 ਤੋਂ 2 ਲੱਖ ਰੁਪਏ ਦੇ ਵਿੱਚ ਇੱਕ ਸੈਟਿਸਫੈਕਟਰੀ ਸੈੱਟ ਜਿਹੜਾ ਘਰਾਂ ਦੇ ਵਿੱਚ ਉਹ ਲੱਗ ਜਾਂਦਾ। ਤੇ ਇਹਦੀ ਲਾਈਫ ਬਹੁਤ ਹੈ ਜੀ। ਪਰ ਜਿਹੜੀ ਗਾਰੰਟੀ ਵਾਰੰਟੀ ਹੈ ਉਹ ਕਿੰਨੇ ਟਾਈਮ ਦੀ ਹੈ? ਇਹਦੇ 2 ਪਾਰਟ ਨੇ ਜੀ ਮੇਜਰ ਜਿਹੜੇ ਆ। ਇੱਕ ਇਨਵਰਟਰ ਹੈ ਜਿਹਨੇ ਬਿਜਲੀ ਉਹ DC ਕਰੰਟ ਨੂੰ ਇਨਵਰਟ ਕਰਕੇ AC 'ਚ ਬਣਾਉਣਾ, ਤੇ ਇੱਕ ਮੋਡਿਊਲਸ ਆ। ਇਹ ਇੱਧਰ ਇਨਵਰਟਰ ਪਿਆ ਜੀ, ਛੋਟਾ ਇਨਵਰਟਰ ਹੈ। ਇਹ 3 ਕਿਲੋਵਾਟ ਦਾ ਇਨਵਰਟਰ ਹੈ। ਇੱਕ ਤਾਂ ਇਹ ਪਾਰਟ ਮੇਜਰ ਆ ਜਾਂਦਾ। ਇੱਕ ਇੱਧਰ ਮੇਰੇ ਪਿੱਛੇ ਇਹ ਪੈਨਲਸ ਪਏ ਨੇ ਜਿਹੜੇ ਆਪਣੇ ਛੱਤ ਦੇ ਉੱਪਰ ਲੱਗਦੇ ਨੇ। ਤੇ ਇਹ ਚੀਜ਼ਾਂ ਨੇ ਇਹਨਾਂ ਨੇ ਜਦੋਂ ਪੈਨਲ ਨੇ ਜਦੋਂ ਕਰੰਟ ਪ੍ਰੋਡਿਊਸ ਕੀਤਾ ਉਹਨੇ AC 'ਚ ਕਨਵਰਟ ਕਰਨਾ, ਤਾਂ ਇਹਦੀ ਜਿਹੜੀ ਗਰੰਟੀ ਹੈ ਇਹ 25 ਸਾਲ ਤੱਕ ਦੀ ਪਰਫਾਰਮੈਂਸ ਗਰੰਟੀ ਹੁੰਦੀ ਹੈ। ਜਿਹੜਾ ਇਨਵਰਟਰ ਹੈ, ਇਨਵਰਟਰ ਦੇ ਵਿੱਚ ਜਿਹੜੇ ਸਿੰਗਲ ਫੇਸ ਇਨਵਰਟਰ ਹੈ ਉਹਦੀ ਗਰੰਟੀ 10 ਸਾਲ ਤੱਕ ਦੀ ਹੈ। ਜਿਹੜੇ 3 ਫੇਸ ਆ ਜਾਂਦੇ ਆ ਉਹ 5 ਸਾਲ ਤੱਕ ਦੀ ਗਰੰਟੀ ਹੁੰਦੀ ਹੈ। ਇਹ ਜਿਹੜੀ ਮਤਲਬ ਇਹਦੇ ਖਰਾਬ ਹੋਣ ਦੇ ਕਿਹੜੇ ਹਾਲਾਤ ਹੋ ਸਕਦੇ, ਕਿਹੜੇ ਹਾਲਾਤਾਂ ਦੇ ਵਿੱਚ ਖਰਾਬ ਹੋ ਸਕਦਾ? ਜਿਵੇਂ ਲਗਾਤਾਰ ਮੀਂਹ ਵੀ ਪੈਂਦਾ ਰਹੇ, ਉਹਨਾਂ ਚੀਜ਼ਾਂ ਨਾਲ ਤੈਨੂੰ ਕੁਝ ਫਰਕ ਨਹੀਂ ਪੈਂਦਾ? ਬਾਈ ਜੀ ਸੱਚ ਜਾਣਿਓ, ਮੈਂ ਅੱਜ ਤੱਕ ਇਹ ਬੇਸ਼ੱਕ ਮੈਨੂੰ ਕੰਮ ਕਰਦੇ ਨੂੰ 8 ਮਹੀਨੇ ਹੋਏ ਨੇ, ਬਟ ਲੋਕਾਂ ਨੂੰ ਯੂਜ਼ ਕਰਦਿਆਂ ਨੂੰ ਬਹੁਤ ਸਾਲ ਹੋ ਗਏ। ਮੈਂ ਅੱਜ ਤੱਕ ਇਹ ਪੈਨਲ ਖਰਾਬ ਹੋਇਆ ਦੇਖਿਆ ਹੀ ਨਹੀਂ। ਨਾ ਇਹਨੂੰ ਖਰਾਬ ਹੋਇਆ ਦੇਖਿਆ, ਨਾ ਇਨਵਰਟਰ ਖਰਾਬ ਹੋਇਆ ਦੇਖਿਆ। ਜੇ ਕਿਤੇ ਇਨਵਰਟਰ ਦੇ ਵਿੱਚ ਕਿਤੇ ਨਾ ਕਿਤੇ ਸਟਾਰਟਿੰਗ ਵਾਲੇ ਜਿਹੜੇ ਦਿਨ ਹੈ ਜਦੋਂ ਲਾਉਣ ਲੱਗੇ ਉਦੋਂ ਕਿਤੇ ਕੋਈ ਮਾਈਨਰ ਦਿੱਕਤ ਆਉਂਦੀ ਹੈ ਸੈਟਿੰਗ ਦੀ, ਉਹ ਕੁਛ ਨਹੀਂ ਹੈਗਾ। ਜਦ ਇੱਕ ਵਾਰੀ ਸੈੱਟ ਰਨਿੰਗ ਕੰਡੀਸ਼ਨ 'ਚ ਆ ਗਿਆ, ਸਾਨੂੰ ਅੱਜ ਤੱਕ ਦੁਬਾਰਾ ਜਾਣ ਦੀ ਲੋੜ ਨਹੀਂ ਪਈ ਕਿਤੇ ਵੀ। ਬਹੁਤ ਵਧੀਆ ਪਰਫਾਰਮੈਂਸ ਆ ਰਹੀ ਹੈ। ਕਿਉਂਕਿ ਲੋਕਾਂ ਨੂੰ ਜਾਗਰੂਕਤਾ ਕਾਫੀ ਆ ਰਹੀ ਹੈ, ਪੋਲਿਊਸ਼ਨ ਦੀ ਵੀ ਗੱਲ ਹੋ ਰਹੀ ਹੈ, ਤੁਸੀਂ ਜਿਵੇਂ ਕਿਹਾ
ਤੇ ਇਸ ਚੀਜ਼ ਦਾ ਫਾਇਦਾ ਵੀ ਦੇਖ ਰਹੇ ਨੇ ਲੋਕ। ਕਿੰਨੇ ਕੁ ਲੋਕ ਉਤਸ਼ਾਹਿਤ ਨੇ ਇਸ ਚੀਜ਼ਾਂ ਨੂੰ ਲਵਾਉਣ ਵਾਸਤੇ ਤੇ ਕਿੰਨਾ ਕੁ ਰਿਸਪੌਂਸ ਤੁਹਾਨੂੰ ਮਿਲਦਾ ਹੈ? ਦੇਖੋ ਰਿਸਪੌਂਸ ਬਹੁਤ ਵਧੀਆ ਹੈਗਾ, ਬਟ ਅਸਲ 'ਚ ਕੀ ਹੈ ਕਿ ਬਿਜਲੀ ਬੋਰਡ ਦੀ ਪਾਲਿਸੀ ਹੈ, ਉਹਨਾਂ ਨੇ ਅਪਰੂਵਲ 30% ਦੇਣੀ ਹੈ। ਜੇ ਇੱਕ ਟਰਾਂਸਫਾਰਮਰ 100 ਕਿਲੋਵਾਟ ਦਾ ਟਰਾਂਸਫਾਰਮਰ ਹੈ ਤਾਂ ਉਹਦੇ ਉੱਪਰ ਜਿੰਨੇ ਕਸਟਮਰ ਨੇ ਉਹਦੇ 'ਚੋਂ ਮੈਕਸਿਮਮ 30% ਨੂੰ ਅਪਰੂਵਲ ਦੇਣੀ ਹੈ, ਉਸ ਤੋਂ ਬਾਅਦ ਅਪਰੂਵਲ ਹੀ ਨਹੀਂ ਮਿਲਦੀ ਹੈਗੀ। ਇਹ ਇੱਕ ਬੜਾ ਵੱਡਾ ਡਰਾਬੈਕ ਹੈ। ਹਾਲਾਂਕਿ 90% ਤੱਕ ਅਪਰੂਵਲ ਦੇ ਸਕਦੇ ਨੇ ਔਰ ਲੱਗ ਸਕਦੇ ਜੇ ਉਹ ਅਪਰੂਵਲ ਦੇਣ ਤਾਂ ਇਹਦੇ 'ਚ ਨੁਕਸਾਨ ਹੀ ਕੋਈ ਨਹੀਂ। ਫਿਰ ਸਰਕਾਰ ਤੁਹਾਨੂੰ ਕੀ ਲੱਗਦਾ ਵੀ ਇਦਾਂ ਸਰਕਾਰ ਨੇ ਕਿਉਂ ਰੱਖਿਆ ਹੋਈ ਹੈ ਪਾਲਿਸੀ? ਦੇਖੋ ਇਹ ਬੜਾ ਵੱਡਾ ਇਸ਼ੂ ਬਣ ਜਾਂਦਾ, ਬੜਾ ਵੱਡਾ ਮੈਟਰ ਹੈ ਵੀ ਕੁਛ ਇਹਦੇ 'ਚ ਮੈਂ ਤੁਹਾਨੂੰ ਕਰਪਸ਼ਨ ਹੀ ਕਹੂੰਗਾ ਜੀ, ਕਿਉਂਕਿ ਜਦੋਂ ਅਸੀਂ ਡਿਪਾਰਟਮੈਂਟ 'ਚ ਵੀ ਜਾਂਦੇ ਹਾਂ ਸਾਨੂੰ ਬੜੀਆਂ ਦਿੱਕਤਾਂ, ਅਪਰੂਵਲ ਦੀਆਂ ਬੜੀਆਂ ਦਿੱਕਤਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ। ਅਤੇ ਇਹ ਹੁਣ ਟੈਕਨੀਕਲੀ ਕੀ ਰੀਜ਼ਨ ਹੈ ਉਹਨਾਂ ਦੇ, ਇਹ ਡਿਪਾਰਟਮੈਂਟ ਜਾਣਦਾ ਵੀ ਟੈਕਨੀਕਲੀ ਉਹ 30% ਦੀ ਅਪਰੂਵਲ ਹੀ ਦੇ ਰਹੇ ਨੇ ਫਿਲਹਾਲ। ਕੁਝ ਕੁ ਜਿਹੜੇ ਟੈਕਨੀਕਲ ਪਰਸਨੈਲਿਟੀਜ਼ ਨੇ ਬਿਜਲੀ ਬੋਰਡ ਦੀਆਂ, ਉਹਨਾਂ ਨਾਲ ਜਦੋਂ ਗੱਲ ਕਰਦੇ ਹਾਂ ਤਾਂ ਰਿਟਾਇਰਡ ਐਕਸ਼ੀਅਨਸ ਹੈ ਉਹ ਦੱਸ ਰਹੇ ਨੇ ਵੀ 90% ਤੱਕ ਅਸੀਂ ਅਪਰੂਵਲ ਦੇ ਸਕਦੇ ਹਾਂ। ਤਾਂ ਫਿਰ ਇਹਦਾ ਮਤਲਬ ਜੇ ਮੰਨ ਲਓ ਵੀ ਇੱਕ ਇਲਾਕੇ ਦੇ ਵਿੱਚ 30% ਆਲਰੇਡੀ ਇਹ ਲੱਗ ਗਏ ਤੇ ਕੁਝ ਹੋਰ ਲੋਕ ਹੋਰ ਚਾਹੁੰਦੇ ਨੇ ਲਵਾਉਣਾ ਤੇ ਉਹ ਨਹੀਂ ਲਵਾ ਸਕਦੇ? ਉਹਨਾਂ ਨੂੰ ਰਿਫਿਊਜ਼ ਕਰ ਦਿੰਦੇ ਨੇ। ਵੈਸੇ ਲੀਗਲੀ ਇਹ ਹੈ ਕਿ ਬਿਜਲੀ ਬੋਰਡ ਨੇ ਵੱਖਰਾ ਉਹਨੂੰ ਜਿਹੜਾ ਲਵਾਉਣਾ ਚਾਹੁੰਦਾ ਉਹਨੂੰ ਟਰਾਂਸਫਾਰਮਰ ਦਾ ਅਰੇਂਜ ਕਰਕੇ ਦੇਣਾ ਹੈ, ਇਹ ਉਹਨਾਂ ਦੀ ਜ਼ਿੰਮੇਵਾਰੀ ਹੈ, ਬਟ ਉਹ ਕਰਦੇ ਨਹੀਂ। ਇੱਕ ਤੁਸੀਂ ਬੜਾ ਪਹਿਲਾ ਸਵਾਲ ਪੁੱਛਿਆ ਸੀ ਵੀ ਕੀ ਆ ਉਹਦਾ, ਦੂਸਰਾ ਰੀਜ਼ਨ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਮੈਕਸਿਮਮ ਪਾਵਰ ਪਲਾਂਟਸ ਲੱਗੇ ਹੋਏ ਨੇ ਉਹ ਅੰਬਾਨੀਆਂ ਅਡਾਨੀਆਂ ਦੇ ਨੇ, ਪ੍ਰਾਈਵੇਟ ਪਲਾਂਟਸ ਨੇ, ਜਿਨ੍ਹਾਂ ਨੂੰ ਗਵਰਨਮੈਂਟ ਨੇ ਸਾਲ ਦਾ 2700 ਕਰੋੜ ਰੁਪਈਆ ਚਾਹੇ ਉਹਨਾਂ ਤੋਂ ਬਿਜਲੀ ਲੈਣ ਚਾਹੇ ਨਾ ਲੈਣ, ਸੂਬੇ ਦੀ ਅਸੈਂਬਲੀ ਦੇ ਵਿੱਚ ਐਂਡ ਆਪੋਜੀਸ਼ਨ ਪਾਰਟੀਆਂ ਇਹ ਬੜੇ ਵੱਡੇ ਪੱਧਰ ਤੇ ਕਹਿ ਰਹੀਆਂ ਨੇ ਵੀ ਆਹ ਐਗਰੀਮੈਂਟਸ ਹੋਏ ਨੇ। ਤਾਂ ਜੇ ਵੱਡੇ ਪੱਧਰ ਤੇ ਪੰਜਾਬ 'ਚ ਸੋਲਰ ਲੱਗ ਜਾਂਦੇ ਆ 90% ਤੱਕ, ਜੇ ਸੋਲਰ ਲੱਗ ਗਿਆ ਤੇ ਫਿਰ ਉਹਨਾਂ ਦੀ ਜਿਹੜੀ ਉੱਥੋਂ ਬਿਜਲੀ ਲੈਣੀ ਤਾਂ ਉਹ ਤਾਂ ਬੰਦ ਹੋ ਗਈ। ਤੇ ਹਾਲੇ ਤਾਂ ਉਹਨੂੰ ਸਾਰੇ ਐਗਰੀਮੈਂਟ ਹੋਏ ਨੂੰ 7-8 ਸਾਲ ਹੀ ਹੋਏ ਨੇ ਤੇ ਉਹ ਹੋਰ ਹਾਲੇ ਜਿਹੜੀ 17-18 ਸਾਲ ਹੋਰ ਚੱਲਣਾ ਹੈ। ਤਾਂ ਉਹ ਕਾਰਨ ਵੀ ਹੋ ਸਕਦਾ 30% ਤੱਕ ਦੀ ਹੈ। ਤੇ ਇਹ ਚੀਜ਼ਾਂ ਨੇ ਜਿਹੜੀਆਂ ਦਿੱਕਤਾਂ ਨੇ ਇਹਦੇ ਵਿੱਚ ਆ ਰਹੀਆਂ ਨੇ। ਔਰ ਮਤਲਬ ਜਿਹੜਾ ਹੁਣ ਲੋਕ ਇਹਨੂੰ ਖੇਤਾਂ 'ਚ ਵੀ ਲਵਾਉਣ ਲੱਗ ਗਏ, ਮੋਟਰ ਤੇ ਵੀ ਲਵਾਉਣ ਲੱਗ ਗਏ, ਉਹਦੇ ਵਿੱਚ ਵੀ ਲੋਕ ਜ਼ਿਆਦਾਤਰ ਤੁਹਾਡੇ ਕੋਲ ਆਉਂਦੇ, ਜ਼ਿਆਦਾਤਰ ਘਰਾਂ ਵਾਲੇ ਆਉਂਦੇ ਨੇ ਕਿ ਖੇਤਾਂ ਵਾਲੇ ਆਉਂਦੇ ਨੇ? ਤੇ ਜਿਹੜੀ ਖੇਤ ਵਾਲਾ ਪ੍ਰੋਸੈਸ ਹੈ ਉਹ ਕਿਸ ਤਰ੍ਹਾਂ ਦਾ ਹੈ? ਮੋਟਰ ਨੂੰ ਚਲਾਉਣ ਵਾਲਾ ਕੀ ਪ੍ਰੋਸੈਸ, ਖਰਚਾ ਕਿੰਨਾ ਕੁ ਹੈ ਤੇ ਕਿਵੇਂ ਚੱਲਦਾ ਉਹ? ਜਿਹੜਾ ਖੇਤਾਂ ਵਾਲਾ ਮੋਟਰ ਦਾ ਹੈਗਾ ਜੀ, ਉਹ ਵੀ ਯਾਨੀ ਜਿਹਦੇ 3 ਦੀ ਮੋਟਰ ਲੱਗਣੀ। ਵੈਸੇ ਤਾਂ ਉੱਥੇ ਦੇਖੋ ਪਾਣੀ ਦਾ ਲੈਵਲ ਦੇਖਣਾ ਪੈਂਦਾ ਕਿ ਪਾਣੀ ਕਿੰਨਾ ਡੂੰਘਾ, ਕਿਸ ਲੈਵਲ ਤੇ ਹੈ, ਤੇ ਉੱਥੇ ਕਿਹੜੀ ਮੋਟਰ ਪੈਣੀ ਹੈ, ਬੋਰ ਕਿੰਨੇ ਇੰਚੀ ਹੋਣਾ। ਤਾਂ ਬਟ ਨਾਰਮਲ ਜਿਹੜਾ ਹੈ 3 ਦੀ ਮੋਟਰ ਜਿਹੜੀ ਆ ਉਹ 1.5 ਦੇ ਅੰਦਰ ਬਾਹਰ ਉਹ ਲੱਗ ਜਾਂਦੀ ਹੈ। 5 ਦੀ ਮੋਟਰ ਜਿਹੜੀ ਹੈ 2.25 ਤੋਂ 2.5 ਦੇ ਵਿੱਚ ਉਹ ਲੱਗ ਜਾਂਦੀ ਹੈ। ਤੇ ਇਹ ਯਾਨੀ ਜੇ ਹੁਣ ਕਨੈਕਸ਼ਨ ਵੀ ਲੈਣਾ ਪੈ ਜੇ ਤਾਂ ਬਾਈ ਜੀ 1.5 ਲੱਖ ਰੁਪਈਆ ਦਾ ਘੱਟੋ ਘੱਟ ਸਿਕਿਉਰਿਟੀ ਹੋਈ ਹੈ। ਜਿਨ੍ਹਾਂ ਥਾਵਾਂ ਤੇ ਉਹ ਥਾਂ ਜਿਨ੍ਹਾਂ ਨੇ ਹਾਲੇ ਨਵੇਂ ਕਨੈਕਸ਼ਨ ਲੈਣੇ ਹੈ ਉਹਨਾਂ ਵਾਸਤੇ ਇਹ ਬਹੁਤ ਵਧੀਆ ਵੀ ਜੇ ਉਹ ਸਿਕਿਉਰਿਟੀ ਭਰਨ ਦੀ ਬਜਾਏ ਇਹ ਸੈੱਟ ਲਵਾ ਲੈਣ। ਇਹਦੀ ਲਾਈਫ ਹੈ ਵੈਸੇ 25 ਸਾਲ ਤੱਕ ਦਾ ਕੰਪਨੀ ਗਰੰਟੀ ਹੋ ਲੈਂਦੀ ਹੈ, ਬਟ 35 ਸਾਲ ਤੱਕ ਦੀ ਲਾਈਫ ਇਹਦੀ ਬੜੀ ਵਧੀਆ ਲਾਈਫ ਹੈਗੀ ਹੈ। ਤੇ ਮੋਟਰਾਂ ਦੇ ਵੀ ਬੜੀਆਂ ਉਹਦੀ ਪਰਫਾਰਮੈਂਸ ਵੀ ਵਧੀਆ ਵੀ ਮੋਟਰ ਨੂੰ ਤਾਂ ਇਕੱਲਾ ਕਰੰਟ ਚਾਹੀਦਾ ਨਾ ਜੀ। ਏਸੀ ਮੋਟਰ ਲਾਈ ਹੈ, ਉਹਨੂੰ ਜਿਹੜਾ ਕਰੰਟ ਮਿਲ ਰਿਹਾ ਜਦੋਂ ਧੁੱਪ ਨਿਕਲੇ ਹੀ ਉਦੋਂ ਇਹਨੂੰ ਔਨ ਕਰਤਾ, ਕੋਈ ਬਹੁਤਾ ਲੰਬਾ ਪ੍ਰੋਸੈਸ ਨਹੀਂ ਹੈਗਾ। ਵੀ ਤਾਂ 3 ਯੂਨਿਟ ਲੱਗਣੇ ਨੇ, ਇੱਕ ਕੰਟਰੋਲਰ ਲੱਗਦਾ, ਇੱਕ ਮੋਟਰ ਹੈ ਤੇ ਇਹ ਪੈਨਲ ਹੈ। ਉਹਦਾ ਜਿਹੜਾ ਹੇਠਾਂ ਸਟੈਂਡ ਜਿਹਨੂੰ ਸਟੈਂਡ ਕਹਿੰਦੇ ਆ, ਜਿਹੜਾ ਜਿਹਦੇ ਉੱਪਰ ਇਹ ਮੋਡਿਊਲਸ ਫਿੱਟ ਹੋਣੇ ਨੇ, ਉਹ ਵੀ ਰਿਵਾਲਵਿੰਗ ਹੁੰਦਾ, ਉਹ ਰੋਟੇਟ ਕਰਦਾ ਤੇ ਉਸ ਰੂਪ 'ਚੋਂ ਚੱਲੀ ਜਾਂਦਾ। ਵਧੀਆ ਲੱਗ ਰਿਹਾ ਉੱਥੇ। ਅੱਛਾ, ਫਿਰ ਉਹਦਾ ਵੀ ਗ੍ਰਿਡ ਨਾਲ ਉਹੀ ਕੰਟਰੈਕਟ ਹੁੰਦਾ ਮੋਟਰ ਦਾ ਵੀ? ਨਹੀਂ, ਉਹਦਾ ਕੋਈ ਕੰਟਰੈਕਟ ਨਹੀਂ ਗ੍ਰਿਡ ਨਾਲ। ਉਹਦਾ ਆਫ ਗ੍ਰਿਡ ਸਿਸਟਮ ਹੀ ਹੈ ਵੀ ਜਦੋਂ ਧੁੱਪ ਨਿਕਲੇ ਹੀ ਉਹ ਚੱਲ ਪਿਆ, ਜਦ ਧੁੱਪ ਬੰਦ ਚਲੀ ਗਈ। ਕਿਉਂਕਿ ਦੇਖੋ ਜਦੋਂ ਪਾਣੀ ਦੀ ਲੋੜ ਸਾਨੂੰ ਜ਼ਿਆਦਾ ਗਰਮੀ ਦੇ ਵਿੱਚ ਹੈ। ਗਰਮੀ ਝੋਨੇ 'ਚ ਹੁੰਦੀ ਹੈ ਲੋੜ ਤੇ ਉਦੋਂ ਧੁੱਪ ਹੁੰਦੀ ਹੈ, ਮਤਲਬ ਉਸ ਟਾਈਮ ਧੁੱਪ ਹੁੰਦੀ ਹੈ। ਜਦੋਂ ਪਾਣੀ ਦੀ ਲੋੜ ਨਹੀਂ ਹੈਗੀ ਤਾਂ ਜਾਂ ਤਾਂ ਉਦੋਂ ਬਾਰਿਸ਼ ਆ ਰਹੀ ਹੈ ਤੇ ਜਾਂ ਧੁੰਦ ਹੈ। ਹੁਣ ਧੁੰਦ ਦੇ ਵਿੱਚ ਵੀ ਕੋਈ ਬਹੁਤੀ ਲੋੜ ਨਹੀਂ ਪਾਣੀ ਦੀ, ਕਿਉਂਕਿ ਉਹ ਸਾਡੀ ਜਿਹੜੀ ਫਸਲ ਹੈ ਸਾਡੀ ਉਹ ਜ਼ਿਆਦਾ ਚੌਲਾਂ ਦੇ ਵਾਸਤੇ ਲੋੜ ਹੈ ਤੇ ਉਹ ਗਰਮੀ 'ਚ ਹੈ। ਵੀ ਜਿੱਦਣ ਬਦਲਵਾਈ ਹੈ ਉਧਰ ਮੀਂਹ ਪੈ ਰਿਹਾ ਤਾਂ ਉੱਥੇ ਕਿਸੇ ਗ੍ਰਿਡ ਟਾਈ ਦੀ ਲੋੜ ਨਹੀਂ ਹੈਗੀ। ਮਤਲਬ ਉਹ ਆਫ ਗ੍ਰਿਡ ਹੀ ਚੱਲ ਜਾਂਦਾ। ਹੋਰ ਕੀ ਐਸੀ ਜਾਣਕਾਰੀ ਹੈ ਜਿਹੜੀ ਸ਼ਾਇਦ ਮੈਨੂੰ ਸਵਾਲਾਂ ਦੇ ਵਿੱਚ ਨਾ ਪਤਾ ਲੱਗ ਰਿਹਾ ਹੋਵੇ, ਕਿਉਂਕਿ ਤੁਸੀਂ ਇਸ ਕੰਮ ਦੇ ਵਿੱਚੋਂ, ਜਿਹੜੀ ਦਰਸ਼ਕ ਤੁਹਾਡੇ ਤੋਂ ਸਵਾਲ ਪੁੱਛਦੇ ਰਹਿੰਦੇ ਨੇ, ਜਾਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਅਪੀਲ ਕੀ ਕਰਨਾ ਚਾਹੁੰਦੇ ਹੋ? ਮਤਲਬ ਵੀ ਇਹ ਦਰਸ਼ਕ ਕਿਉਂ ਲਵਾਉਣ ਇਸ ਨੂੰ? ਦੇਖੋ ਜਿਹੜੀ ਜਾਣਕਾਰੀ ਦੀ ਗੱਲ ਤੁਸੀਂ ਕਰ ਰਹੇ ਹੋ, ਸਵਾਲਾਂ ਦੀ ਗੱਲ ਕਰੋ। ਸਵਾਲ ਤਾਂ ਗੁਰਪਾਲ ਸਿੰਘ ਬਰਾੜ ਸਵਾਲ ਕਰਦਾ ਹੋਵੇ ਤਾਂ ਸਵਾਲ ਰਹਿ ਜਾਣ। ਸਵਾਲ ਲਗਭਗ ਸਾਰੇ ਪੂਰੇ ਆ। ਇਹਦੇ 'ਚ ਸਿਰਫ ਲਾਸਟ ਇੱਕ ਅਪੀਲ ਹੈ ਮੇਰੀ ਵੀ ਜਿੰਨਾ ਜਲਦੀ ਇਸ ਪਾਸੇ ਨੂੰ ਸਟੈਪ ਲੈ ਸਕਦੇ ਹਾਂ ਇੱਧਰ ਨੂੰ ਆਉਣਾ ਚਾਹੀਦਾ। ਐਂਡ ਜਿਸ ਰੂਪ 'ਚ ਅਸੀਂ ਸੋਚਿਆ ਕਿ ਜਿੰਨਾ ਕੁ ਦੇਖੋ ਵੀ ਜਿੰਨਾ ਕੁ ਮੇਰੇ ਕਰਨ ਨਾਲ
ਇਨੀਸ਼ੀਏਟਿਵ ਲੈਣ ਨਾਲ ਪੋਲਿਊਸ਼ਨ ਨੂੰ ਜਿੰਨਾ ਕੁ ਫਰਕ ਪੈ ਸਕਦਾ ਉਹਨਾਂ ਕੁ ਪਾ ਲਈਏ। ਉਹ ਸਾਰਿਆਂ ਨੂੰ ਇਸ ਪਾਸੇ ਨੂੰ ਆਉਣਾ ਚਾਹੀਦਾ ਤੇ ਗਵਰਨਮੈਂਟ ਨੂੰ ਵੀ ਮੇਰੀ ਅਪੀਲ ਹੈ ਕਿ ਤੁਸੀਂ ਉਸ ਪਾਸੇ ਤੋਂ ਬਾਹਰ ਆਵੋ, ਉਹਨਾਂ ਸਮਝੌਤਿਆਂ 'ਚੋਂ ਬਾਹਰ ਨਿਕਲੋ ਤੇ ਇਹਨੂੰ ਜਿਹੜਾ ਹੈ 90% ਤੱਕ ਅਪਰੂਵਲ ਜਿਹੜੀ ਦੇਣੀ ਜਦੋਂ ਤੁਸੀਂ ਦੇ ਸਕਦੇ ਆ ਉਹ ਦੇਣੀ ਸ਼ੁਰੂ ਕਰੋ। ਇਸ ਪ੍ਰੋਸੈਸ ਨੂੰ ਸਸਤਾ ਕਰੋ, ਸਬਸਿਡਾਈਜ਼ ਕਰੋ। ਜੇ ਹੁਣ ਨਾਲ ਦੇ ਸਟੇਟਾਂ ਨੇ, ਗੁਆਂਢੀ ਸਟੇਟਸ ਨੇ, ਉੱਥੇ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਜਾ ਰਿਹਾ, ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ। ਪਿਛਲੇ ਜੇ ਆਪਣੇ ਪੰਜਾਬ ਦੇ ਵਿੱਚ ਸਿਰਫ 4,500 ਕਨੈਕਸ਼ਨ ਨਿਕਲੇ ਨੇ ਮੋਟਰਾਂ ਦੇ। ਹੁਣ ਮੋਟਰਾਂ ਦੇ ਕਨੈਕਸ਼ਨ ਜਿਹੜੇ ਉਹਨਾਂ ਤੇ ਕੋਈ ਸਬਸਿਡੀ ਨਹੀਂ। ਪੂਰੇ ਪੰਜਾਬ ਦੇ ਵਿੱਚ ਲੱਖਾਂ ਟਿਊਬਵੈੱਲ ਨੇ, ਸਬਸਿਡੀ ਜਿਹੜੀ 4,500 ਕਨੈਕਸ਼ਨ ਨਿਕਲੇ ਨੇ, 4,500 ਲਵਾ ਲਓ। ਐਂਡ ਜਿਨ੍ਹਾਂ ਨੇ ਫਸਟ ਅਪਲਾਈ ਕਰ ਲਿਆ ਉਹਨਾਂ ਨੂੰ ਮਿਲ ਗਏ, ਦੂਸਰੇ ਰਹਿ ਗਏ ਨੇ। ਉਹ ਔਰ ਸਬਸਿਡੀਆਂ ਦੇਣ ਦੀ ਲੋੜ ਹੈ। ਜਿਹੜੀ ਆ ਲਗਾਤਾਰ ਘਟਾ ਰਹੇ ਹੈ, ਉਹ ਮੋਟਰਾਂ ਦੇ ਬਿੱਲ ਮਾਫ ਕਰ ਰਹੇ, ਸ਼ਾਇਦ ਸਰ ਜੀ ਉਹ ਵੀ ਸਰਕਾਰ ਨੂੰ ਹੋਰ ਅੱਗੇ ਆਉਣਾ ਚਾਹੀਦਾ ਇਹ ਚੀਜ਼। ਤੁਹਾਡੇ ਸ਼ੋਰੂਮ ਦਾ ਜਿਹੜਾ ਇਹ ਮੋਗਾ ਰੋਡ ਤੇ ਕੋਟਕਪੂਰਾ ਮੋਗਾ ਰੋਡ ਤੇ, ਔਰ ਇਸ ਦਾ ਨਾਮ ਕੀ ਹੈ ਜੀ? ਐਕਸੀਲੈਂਟ ਸੋਲਰ ਕੋਟਕਪੂਰਾ। ਐਕਸੀਲੈਂਟ ਸੋਲਰ, ਇਹ ਮੋਗਾ ਰੋਡ ਤੇ ਹੈ। ਹਰਪਿੰਦਰ ਜੀ ਇਹ ਮਾਲਕ ਨੇ, ਔਰ ਬੜੀ ਖੁਸ਼ੀ ਹੋਈ ਕਿ ਇਹ ਇੱਕ ਜਿਹੜੀ ਚੀਜ਼ ਜਿਹਦੀ ਤਰੱਕੀ ਹੋ ਰਹੀ ਹੈ ਪੰਜਾਬ ਦੇ ਵਿੱਚ, ਹੌਲੀ ਹੌਲੀ ਇਹ ਲੋਕ ਸੋਲਰ ਪਾਵਰ ਪਲਾਂਟ ਲਵਾ ਰਹੇ ਨੇ, ਔਰ ਇਸ ਚੀਜ਼ ਦਾ ਫਾਇਦਾ ਵੀ ਬਹੁਤ ਹੈ। ਜੇ ਚਾਹੇ ਵਾਤਾਵਰਨ ਨੂੰ ਲੈ ਕੇ ਦੇਖ ਲਈਏ, ਚਾਹੇ ਸਾਡੇ ਖਰਚਿਆਂ ਨੂੰ ਲੈ ਕੇ ਦੇਖ ਲਈਏ। ਸੋ ਇਹੋ ਜਿਹੀਆਂ ਚੀਜ਼ਾਂ ਵੱਲ ਸਾਨੂੰ ਆਉਣਾ ਹੀ ਪੈਣਾ। ਹਰ ਇੱਕ ਫੀਲਡ ਦੇ ਵਿੱਚ ਹੀ ਕੁਝ ਨਾ ਕੁਝ ਅਲਟਰਨੇਟਿਵ ਜਿਹੜੇ ਬਣ ਰਹੇ ਨੇ, ਚੰਗੇ ਅਲਟਰਨੇਟਿਵ ਬਣ ਰਹੇ ਨੇ, ਉਹਨਾਂ ਨੂੰ ਸਾਨੂੰ ਅਪਣਾਉਣਾ ਹੀ ਪੈਣਾ ਤੇ ਇਹੀ ਹੱਲ ਹੈ। ਅਦਰਵਾਈਜ਼ ਤਾਂ ਜਿਹੜਾ ਸਾਡੇ ਹਾਲ ਨੇ ਪੰਜਾਬ ਦੇ, ਉਹਨੂੰ ਦੇਖ ਕੇ ਤਾਂ ਦੁਰਦਸ਼ਾ ਬਹੁਤ ਮਾੜੀ ਹੋ ਰਹੀ ਹੈ, ਬਹੁਤ ਮਾੜੀ ਹਾਲਾਤਾਂ ਦੇ ਵੱਲ ਪੰਜਾਬ ਜਾ ਰਿਹਾ। ਸੋ ਬਹੁਤ ਬਹੁਤ ਧੰਨਵਾਦ ਹਰਪਿੰਦਰ ਜੀ ਤੁਹਾਡਾ ਕਿ ਤੁਸੀਂ ਸਾਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸੋਲਰ ਪਾਵਰ ਪਲਾਂਟ ਬਾਰੇ ਬਹੁਤ ਸਾਰੇ ਲੋਕਾਂ ਦੇ ਸਵਾਲ ਸੀ, ਸ਼ੰਕੇ ਸੀ, ਸ਼ਾਇਦ ਉਹ ਕਲੀਅਰ ਹੋ ਗਏ ਹੋਣਗੇ। ਪਰ ਅਜੇ ਵੀ ਕੋਈ ਸਵਾਲ ਅਗਰ ਰਹਿ ਗਿਆ, ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਦੱਸ ਸਕਦੇ ਹੋ। ਅਸੀਂ ਰਿਪਲਾਈ ਕਰਕੇ, ਰੁਪਿੰਦਰ ਜੀ ਨਾਲ ਗੱਲ ਕਰਕੇ ਤੁਹਾਨੂੰ ਅਸੀਂ ਉਸਦਾ ਰਿਪਲਾਈ ਜ਼ਰੂਰ ਕਰ ਦੇਵਾਂਗੇ। ਬਹੁਤ ਬਹੁਤ ਸ਼ੁਕਰੀਆ ਜੀ।